ਹੈਲੋ ਫਰੈਂਡਸ, ਮੈਂ ਵੀਰਪਿੰਦਰ ਫਰੋਮ ਐਰਲ ਇਮੀਗ੍ਰੇਸ਼ਨ। ਜਿਵੇਂ ਕਿ ਸਾਡਾ ਟੌਪਿਕ ਚੱਲ ਰਿਹਾ ਰਿਗਾਰਡਿੰਗ ਫਿਨਲੈਂਡ ਸਟੱਡੀ ਵੀਜ਼ਾ। ਤਾਂ ਅੱਜ ਦਾ ਮੈਂ ਜੋ ਟੌਪਿਕ ਲੈ ਕੇ ਆਈ ਹਾਂ ਉਹ ਲੈ ਕੇ ਆਈ ਹਾਂ ਰਿਗਾਰਡਿੰਗ ਰਿਟਨ ਐਗਜ਼ਾਮ ਐਂਡ ਗਰੁੱਪ ਇੰਟਰਵਿਊ। ਠੀਕ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਬਾਕੀ ਵੀਡੀਓਜ਼ ਜਿਵੇਂ ਅਸੀਂ ਫਿਨਲੈਂਡ ਦੀਆਂ ਬਣਾਈਆਂ ਹੋਈਆਂ ਕਿਵੇਂ ਕਿਵੇਂ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਸਿਲੈਕਸ਼ਨ ਹੋ ਸਕਦੀ ਹੈ, ਚਾਹੇ ਉਹ ਬੈਚਲਰ ਹੋਵੇ ਚਾਹੇ ਮਾਸਟਰ ਹੋਵੇ। ਉਹਦੇ ਵਿੱਚ ਕਈ ਯੂਨੀਵਰਸਿਟੀ ਵਿੱਚ ਐਗਜ਼ਾਮ ਆਉਂਦਾ, ਕਈ ਯੂਨੀਵਰਸਿਟੀ ਵਿੱਚ ਉਹਨਾਂ ਵਿੱਚ ਡਾਇਰੈਕਟ ਇੰਟਰਵਿਊ ਆਉਂਦੀ ਹੈ। ਕਿਵੇਂ ਦਾ ਪੈਟਰਨ ਹੁੰਦਾ ਹੈ, ਕੀ ਐਗਜ਼ਾਮ ਦਾ ਜੋ ਹੈ ਕੰਟੈਂਟ ਹੈਗਾ ਤੁਹਾਡਾ, ਠੀਕ ਹੈ, ਕਿੰਨੀ ਡਿਊਰੇਸ਼ਨ ਹੁੰਦੀ ਹੈ ਉਹਦੇ 'ਚ, ਕਿਵੇਂ ਉਹਦੀ ਸਕੋਰਿੰਗ ਹੁੰਦੀ ਹੈ, ਕੀ ਤੁਹਾਡੇ ਲਈ ਹਾਰਡ ਵਰਕ ਐਂਡ ਨੈਟਵਰਕ ਜੋ ਰਿਕੁਆਇਰਮੈਂਟ ਹੋਣੀ ਚਾਹੀਦੀ ਜਦੋਂ ਤੁਸੀਂ ਐਗਜ਼ਾਮ ਦਿਓਗੇ, ਉਹ ਸਾਰਾ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੀ। ਤਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਰਿਟਨ ਐਗਜ਼ਾਮੀਨੇਸ਼ਨ ਤੋਂ। ਇਹ ਹੈਗਾ ਆਪਣਾ ਫਰਸਟ ਫੇਜ਼ ਆਫ ਸਿਲੈਕਸ਼ਨ। ਜਦੋਂ ਤੁਸੀਂ ਬੈਚਲਰ ਜਾਂ ਮਾਸਟਰ ਡਿਗਰੀ ਵਿੱਚ ਅਪਲਾਈ ਕਰਦੇ ਹੋ, ਹਰ ਇੱਕ ਸਬਜੈਕਟ ਦਾ, ਚਾਹੇ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਕਰਨਾ, ਚਾਹੇ ਤੁਸੀਂ ਕੰਪਿਊਟਰ ਇੰਜੀਨੀਅਰਿੰਗ ਵਿੱਚ ਕਰਨਾ, ਆਪਣਾ ਆਪਣਾ ਇੱਕ ਅਲੱਗ ਐਗਜ਼ਾਮ ਪੈਟਰਨ ਹੁੰਦਾ ਹੈ। ਉਸੇ ਅਕੋਰਡਿੰਗ ਹੀ ਤੁਹਾਡਾ ਐਗਜ਼ਾਮ ਆਏਗਾ। ਤਾਂ ਸਭ ਤੋਂ ਪਹਿਲਾਂ ਆਪਾਂ ਜਾਂਦੇ ਹਾਂ ਐਗਜ਼ਾਮ ਸੈਕਸ਼ਨ 'ਤੇ। ਠੀਕ ਹੈ, ਤਾਂ ਇਹਦੇ ਵਿੱਚ ਐਗਜ਼ਾਮ ਸੈਕਸ਼ਨ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਆਉਂਦੇ ਆ ਰੀਜ਼ਨਿੰਗ ਸਕਿੱਲ, ਜੋ ਤੁਹਾਡੇ 25 ਮਿੰਟਸ ਦੇ ਹੁੰਦੇ। 25 ਮਿੰਟ ਤੁਹਾਨੂੰ ਉਹਦੇ ਵਿੱਚ ਦਿੱਤੇ ਜਾਣਗੇ। ਤੁਸੀਂ 25 ਮਿੰਟਸ ਵਿੱਚ ਆਪਣਾ ਰੀਜ਼ਨਿੰਗ ਸਕਿੱਲ ਜੋ ਹੈ ਕਵਰ ਕਰਨਾ। ਤਾਂ ਕਿਸ ਤਰ੍ਹਾਂ ਦੀ ਰੀਜ਼ਨਿੰਗ ਆਉਂਦੀ ਹੈ, ਇਹਦੇ ਵਿੱਚ ਆਉਂਦੀ ਹੈ ਲੌਜੀਕਲ ਰੀਜ਼ਨਿੰਗ ਐਂਡ ਪ੍ਰੋਬਲਮ ਸੋਲਵਿੰਗ ਸਕਿੱਲਸ। ਠੀਕ ਹੈ, ਤੁਸੀਂ ਆਪਣੀ ਰੀਜ਼ਨਿੰਗ ਦੀ ਪ੍ਰੈਕਟਿਸ ਕਰੋ ਫੁੱਲ। ਤੁਸੀਂ ਬੁੱਕਸ ਹਾਇਰ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਇੰਟਰਨੈਟ ਤੋਂ ਰੀਜ਼ਨਿੰਗ ਦੀ ਪ੍ਰੈਕਟਿਸ ਕਰ ਸਕਦੇ ਹੋ, ਕਿਉਂਕਿ ਰੀਜ਼ਨਿੰਗ ਇਜ਼ ਅ ਵੈਰੀ ਸਿੰਪਲ ਟੌਪਿਕ ਟੂ ਕਲੀਅਰ। ਬਹੁਤ ਸਿੰਪਲ ਕੁਐਸਚਨ ਹੁੰਦੇ ਹੈਗੇ ਰੀਜ਼ਨਿੰਗ ਦੇ। ਅਗਰ ਤੁਸੀਂ ਉਹਨੂੰ ਸਮਝ ਲਓਗੇ ਤਾਂ ਅੱਛੇ ਤਰੀਕੇ ਨਾਲ ਹੀ 25 ਸਕੋਰ ਤੁਸੀਂ ਕਰ ਸਕਦੇ ਹੋ ਈਜ਼ੀਲੀ। ਠੀਕ ਹੈ, ਮੈਕਸਿਮਮ ਜੋ ਇਹਦੇ ਵਿੱਚ ਸਕੋਰ ਹੁੰਦਾ ਉਹ 20 ਹੁੰਦਾ ਤੇ ਮਿਨੀਮਮ ਜੋ ਪਾਸ ਸਕੋਰ ਹੈਗਾ ਇਹਦੇ ਵਿੱਚ 1 ਹੈ। ਜ਼ਰੂਰੀ ਨਹੀਂ ਹੈ ਤੁਸੀਂ 1 ਸਕੋਰ ਹੀ ਲੈਣਾ, ਤੁਸੀਂ ਮੈਕਸਿਮਮ ਤੋਂ ਮੈਕਸਿਮਮ ਸਕੋਰ ਕਰਨ ਦੀ ਕੋਸ਼ਿਸ਼ ਕਰੋ ਇਹਦੇ ਵਿੱਚ, ਕਿਉਂਕਿ ਇਹ ਸਭ ਤੋਂ ਈਜ਼ੀ ਟੌਪਿਕ ਹੈ। ਉਸ ਤੋਂ ਬਾਅਦ ਜਿਵੇਂ ਕਿ ਅਸੀਂ ਦੱਸਦੇ ਹਾਂ, ਮੈਂ ਬਾਕੀ ਵੀਡੀਓਜ਼ ਵਿੱਚ ਵੀ ਦੱਸਿਆ ਹੋਇਆ ਹੈ ਕਿ ਜਦੋਂ ਆਪਾਂ ਫਿਨਲੈਂਡ ਵਿੱਚ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਆਪਣੇ ਕੋਈ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮ ਦੀ ਲੋੜ ਨਹੀਂ ਹੈ। ਬਾਈ ਚਾਂਸ ਤੁਹਾਡੇ ਕੋਲ ਉਹ ਐਗਜ਼ਾਮ ਹੈਗਾ ਤਾਂ ਉਹਦੀ ਤੁਹਾਡੀ ਐਕਸਟਰਾ ਪੁਆਇੰਟਸ ਲੱਗਣਗੇ। ਠੀਕ ਹੈ, ਤਾਂ ਇੰਗਲਿਸ਼ ਲੈਂਗੁਏਜ ਸਕਿੱਲ ਉਹ ਕਿਵੇਂ ਅਸੈਸ ਕਰਦੇ ਹੋ ਤੁਹਾਡਾ ਥਰੂ ਦਿਸ ਐਗਜ਼ਾਮ ਐਂਡ ग्रुप डिस्कशन मीन्स इंटरव्यू। सो नेक्स्ट है आपका जैसे इंग्लिश लैंग्वेज स्किल है, ਇਹਦੇ ਵਿੱਚ ਤੁਹਾਨੂੰ ਕੀ ਆਏਗਾ, ਰੀਡਿੰਗ ਪੈਰਾਗ੍ਰਾਫ ਦੇਣਗੇ ਤੁਹਾਨੂੰ, ਜਾਂ ਫਿਰ ਤੁਹਾਡਾ ਇੰਟਰਪ੍ਰੀਟਿੰਗ ਟੈਕਸਟ ਹੋਏਗਾ ਕੋਈ। ਠੀਕ ਹੈ, ਜਾਂ ਫਿਰ ਕੋਈ ਤੁਹਾਡੀ ਰਿਲੇਸ਼ਨਸ਼ਿਪ ਕਰਨੇ ਹੋਏਗੀ, ਤੁਸੀਂ ਦੋ ਤੁਹਾਨੂੰ ਲਾਈਨਸ ਦੇ ਦਿੱਤੀਆਂ ਜਾਣਗੀਆਂ, ਸੈਂਟੈਂਸ ਦੀਆਂ ਅਲੱਗ-ਅਲੱਗ ਲਾਈਨਸ ਹੋਣਗੀਆਂ, ਉਹ ਕਹਿਣਗੇ ਪਲੀਜ਼ ਰਿਲੇਟ ਥੀਸ ਲਾਈਨਸ ਵਿਦ ਈਚ ਅਦਰ। ਓਕੇ, ਜਾਂ ਉਸ ਤੋਂ ਬਾਅਦ ਤੁਸੀਂ ਵੋਕੈਬਲਰੀ 'ਚ ਤੁਸੀਂ ਮਾਸਟਰ ਹੋਣੇ ਚਾਹੀਦੇ, ਤੁਹਾਡੀ ਵੋਕੈਬਲਰੀ ਚੈੱਕ ਹੋਏਗੀ ਉਹਦੇ ਵਿੱਚ। ਲਿੰਗੁਇਸਟਿਕ ਰੀਜ਼ਨਿੰਗ ਉਹਦੇ ਵਿੱਚ ਚੈੱਕ ਹੋਏਗੀ। ਤਾਂ ਇੰਗਲਿਸ਼ ਵੀ ਤੁਸੀਂ ਇਸ ਚੀਜ਼ ਦੀ ਪ੍ਰੈਕਟਿਸ ਕਰਨੀ ਹੈ। ਤੁਹਾਡੀ ਰਾਈਟਿੰਗ, ਤੁਹਾਡੀ ਰੀਡਿੰਗ ਅੱਛੀ ਹੋਣੀ ਚਾਹੀਦੀ ਹੈਗੀ ਹੈ, ਤੁਹਾਡੀ ਵੋਕੈਬਲਰੀ ਅੱਛੀ ਹੋਣੀ ਚਾਹੀਦੀ ਹੈ, ਉਹ ਸਾਰੀ ਇਸ ਵਿੱਚ ਚੈੱਕ ਹੋਏਗੀ। 20 ਮਿੰਟਸ ਦਾ ਹੋਏਗਾ ਇਹ। ਠੀਕ ਹੈ, ਤੇ ਮੈਕਸਿਮਮ ਇਹਦੇ ਵਿੱਚ ਸਕੋਰ 20 ਹੁੰਦਾ ਤੇ ਮਿਨੀਮਮ ਤੁਸੀਂ ਇਹਦੇ ਵਿੱਚ ਪਾਸ ਸਕੋਰ 3 ਲੈ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਹੈ ਫੀਲਡ ਸਪੈਸੀਫਿਕ ਐਗਜ਼ਾਮ ਸੈਕਸ਼ਨ। ਫੀਲਡ ਸਪੈਸੀਫਿਕ ਮਤਲਬ ਅਗਰ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਕੀਤਾ, ਟੈਕਨੋਲੋਜੀ 'ਚ ਕਰ ਰਹੇ ਹੋ, ਕਿਸੇ 'ਚ ਅਪਲਾਈ, ਨੈਚੁਰਲ ਰਿਸੋਰਸ 'ਚ ਅਪਲਾਈ ਕਰ ਰਹੇ ਹੋ, ਟੂਰਿਜ਼ਮ ਹਸਪਿਟੈਲਿਟੀ 'ਚ ਕਰ ਰਹੇ ਹੋ, ਸੋਸ਼ਲ ਸਰਵਿਸਿਜ਼ 'ਚ ਕਰ ਰਹੇ ਹੋ, ਹੈਲਥ ਕੇਅਰ 'ਚ ਕਰ ਰਹੇ ਹੋ, ਜਾਂ ਕੁਛ ਵੀ ਸਪੋਰਟਸ ਐਂਡ ਐਕਸਰਸਾਈਜ਼ ਐਂਡ ਬਿਊਟੀ ਕੇਅਰ 'ਚ ਕਰ ਰਹੇ ਹੋ, ਤਾਂ ਤੁਹਾਨੂੰ ਮੈਥਮੈਟੀਕਲ ਸਕਿੱਲ, ਮੈਥਮੈਟੀਕਲ ਐਗਜ਼ਾਮ ਉਹਦੇ ਵਿੱਚ ਆਏਗਾ। ਉਹਦੇ ਵਿੱਚ ਕੀ ਹੋਏਗਾ, ਇੱਕ ਸਿੰਪਲ ਮਤਲਬ ਮੈਥਮੈਟਿਕਸ ਜਿਹੜਾ ਤੁਸੀਂ ਪੜ੍ਹਿਆ ਹੋਇਆ ਆਪਣਾ 12th ਤੱਕ 10th ਤੱਕ ਪੜ੍ਹਿਆ ਹੋਇਆ, ਲਾਈਕ ਜਿਮੈਟਰੀ ਆਏਗਾ ਉਹਦੇ 'ਚ, ਮੈਥਮੈਟੀਕਲ ਲੌਜੀਕਲ ਰੀਜ਼ਨਿੰਗ ਆ ਜਾਏਗੀ। ਠੀਕ ਹੈ, ਇੰਟਰਪ੍ਰੀਟਿੰਗ ਟੇਬਲਸ ਆ ਜਾਣਗੇ, ਗ੍ਰਾਫਸ ਐਂਡ ਡਾਇਗਰਾਮਸ ਆ ਜਾਣਗੇ, ਪਰਸੈਂਟੇਜ ਕੈਲਕੂਲੇਸ਼ਨ ਆਏਗੀ ਉਹਦੇ ਵਿੱਚ। ਠੀਕ ਹੈ, ਕੈਲਕੂਲੇਸ਼ਨ, ਨਾਰਮਲ ਕੈਲਕੂਲੇਸ਼ਨਸ ਆਉਣਗੀਆਂ। ਇਹ ਸੈਕਸ਼ਨ ਵਿੱਚ ਤੁਹਾਡੇ 25 ਮਿੰਟਸ ਹੋਣਗੇ। 20 ਤੁਹਾਡੇ ਕੋਲ ਹੀ ਮੈਕਸਿਮਮ ਸਕੋਰ ਹੈਗੇ ਇਹਦੇ ਵਿੱਚ, ਮਿਨੀਮਮ ਪਾਸ ਸਕੋਰ ਇਹਦੇ ਵਿੱਚ 1 ਹੈ। ਓਕੇ, ਉਸ ਤੋਂ ਬਾਅਦ ਪੈਨੈਲਿਟੀ ਸਕੋਰ ਲੱਗਦਾ ਇਹਦੇ ਵਿੱਚ। ਪੈਨੈਲਿਟੀ ਸਕੋਰ ਜਿਹੜਾ ਹੋਏਗਾ ਉਹਦਾ ਮਤਲਬ ਇਹ ਹੁੰਦਾ ਕਿ ਅਗਰ ਤੁਸੀਂ ਕੁਝ ਵੀ ਰੋਂਗ ਆਨਸਰ ਕਰਦੇ ਹੋ, ਇਹ ਇਹਦੀ ਇੰਗਲਿਸ਼ ਸੈਕਸ਼ਨ ਵਿੱਚ ਵੀ ਹੈਗਾ। ਠੀਕ ਹੈ, ਤੇ ਰੀਜ਼ਨਿੰਗ ਸੈਕਸ਼ਨ ਵਿੱਚ ਵੀ ਹੈਗਾ। ਅਗਰ ਤੁਹਾਨੂੰ ਕੋਈ ਆਨਸਰ ਨਹੀਂ ਆਉਂਦਾ, ਕੋਈ ਡਾਊਟਫੁਲ ਹੈ, ਤਾਂ ਪਲੀਜ਼ ਉਹਨੂੰ ਆਨਸਰ ਨਾ ਕਰੋ। ਅਗਰ ਤੁਹਾਨੂੰ ਵਾਕਈ ਹੀ ਪਤਾ ਹੈ ਕਿ ਇਹ ਮੇਰਾ ਆਨਸਰ ਕਰੈਕਟ ਹੋਏਗਾ ਤਾਂ ਹੀ ਉਹਨੂੰ ਆਨਸਰ ਕਰੋ। ਦਿਸ ਇਜ਼ ਅ ਵੇ ਟੂ ਕਲੀਅਰ ਦਿਸ ਐਗਜ਼ਾਮ। ਜ਼ਰੂਰੀ ਨਹੀਂ ਹੈ ਕਿ ਆਪਾਂ ਤੁੱਕੇ ਲਗਾਉਣੇ ਹੈਗੇ ਕਿ ਤੁੱਕਾ ਲਗਾ ਦਿਓ ਚਲੋ ਆ ਜਾਏਗਾ, ਕਿਉਂਕਿ ਉਹ ਸਕੋਰ ਜਿਹੜੇ ਹੁੰਦੇ ਉਹ ਗਲਤ ਆਨਸਰ, ਤੁਹਾਡੇ ਜਿਹੜੇ ਸਹੀ ਆਨਸਰ ਆ ਉਹਨਾਂ ਦੇ ਸਕੋਰ ਵੀ ਘੱਟ ਕਰਵਾ ਦੇਣਗੇ। ਠੀਕ ਹੈ, ਤਾਂ ਆਨਸਰ ਸਿਰਫ ਉਹੀ ਕਰੋ ਜਿਹੜਾ ਤੁਹਾਨੂੰ ਆਉਂਦਾ। ਉਸ ਤੋਂ ਬਾਅਦ ਆ ਗਿਆ ਐਡਵਾਂਸਡ ਮੈਥਮੈਟੀਕਲ ਸਕਿੱਲ।
ਐਡਵਾਂਸ ਮੈਥਮੈਟਿਕਲ ਸਕਿੱਲ ਵਿੱਚ ਉਹ ਤੁਹਾਨੂੰ ਦੇਣਗੇ ਟ੍ਰਿਗਨੋਮੈਟਰੀ, ਠੀਕ ਹੈ, ਸੋਲਵਿੰਗ ਇਕੁਏਸ਼ਨਸ ਆ ਜਾਣਗੇ, ਉਸ ਤੋਂ ਬਾਅਦ ਲੈਵਲ ਜਿਓਮੈਟਰੀ ਆ ਜਾਏਗੀ, ਟ੍ਰਿਗਨੋਮੈਟਰੀ ਆ ਜਾਏਗੀ। ਤਾਂ ਇਹਨਾਂ ਦੀ ਤੁਹਾਨੂੰ ਨੌਲੇਜ ਅੱਛੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸੇਮ ਪੈਨੈਲਿਟੀ ਹੈਗੀ ਹੈ ਇਹਦੇ ਵਿੱਚ, ਅਗਰ ਤੁਸੀਂ ਰੋਂਗ ਆਨਸਰ ਕਰੋਗੇ ਤਾਂ ਤੁਹਾਡੇ ਜਿਹੜੇ ਆਨਸਰ ਹੈਗੇ ਉਹ ਮਾਈਨਸ ਹੋ ਜਾਣਗੇ, ਜੋ ਨੰਬਰ ਹੈਗੇ ਮਾਈਨਸ ਹੋ ਜਾਣਗੇ। ਉਸ ਤੋਂ ਬਾਅਦ ਆ ਗਏ ਐਥੀਕਲ ਸਕਿੱਲਸ। ਐਥੀਕਲ ਸਕਿੱਲਸ ਜਿਹੜੀ ਹੁੰਦੀ ਹੈ ਇਹ ਟੌਪਿਕ ਸਿਰਫ ਉਹਨਾਂ ਨੂੰ ਆਉਂਦਾ ਜਿਹੜੇ ਸੋਸ਼ਲ ਸਰਵਿਸ ਵਿੱਚ ਅਪਲਾਈ ਕਰਦੇ ਆ, ਹੈਲਥ ਕੇਅਰ ਵਿੱਚ ਅਪਲਾਈ ਕਰਦੇ ਆ, ਬਿਊਟੀ ਕੇਅਰ ਵਿੱਚ ਅਪਲਾਈ ਕਰਦੇ, ਜਾਂ ਹਿਊਮੈਨਿਟੀ ਜਾਂ ਐਜੂਕੇਸ਼ਨ ਵਿੱਚ ਅਪਲਾਈ ਕਰਦੇ ਆ। ਤਾਂ ਐਥੀਕਲ ਸਕਿੱਲਸ ਵਿੱਚ ਵੀ ਜੋ ਤੁਹਾਡੀ ਮੈਕਸਿਮਮ ਸਕੋਰ ਹੈਗੀ ਉਹ 20 ਹੈ ਅਤੇ ਮਿਨੀਮਮ ਪਾਸ ਸਕੋਰ ਤੁਹਾਡਾ 1 ਹੋਏਗਾ। ਨੈਕਸਟ ਇਮੋਸ਼ਨਲ ਇੰਟੈਲੀਜੈਂਸ ਸਕਿੱਲ ਵੀ ਇੱਕ ਸਪੈਸੀਫਿਕ ਟੌਪਿਕਸ 'ਚ ਆਉਂਦੇ ਹੈਗੇ ਆ ਜੋ 10 ਮਿੰਟਸ ਦਾ ਹੋਏਗਾ, ਜਿਵੇਂ ਬਿਊਟੀ ਕੇਅਰ ਹੋ ਗਿਆ, ਹਿਊਮੈਨਿਟੀਜ਼, ਠੀਕ ਹੈ, ਰਿਕੁਆਇਰਡ ਫॉर द फील्ड। ਉਹ ਕਹਿ ਰਹੇ ਕਿ ਐਗਜ਼ਾਮ ਸਿਰਫ ਉਹਨਾਂ ਫੀਲਡਸ ਦੇ ਰਿਕੁਆਇਰਡ ਹੈ ਜਿਹੜੀ ਸੋਸ਼ਲ ਸਾਇੰਸ ਹੈ, ਹੈਲਥ ਕੇਅਰ ਆ। ਅਗਰ ਤੁਸੀਂ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਕਰ ਰਹੇ ਹੋ, ਟੈਕਨੋਲੋਜੀ 'ਚ ਕਰ ਰਹੇ ਹੋ, ਤਾਂ ਤੁਹਾਨੂੰ ਇਮੋਸ਼ਨਲ ਇੰਟੈਲੀਜੈਂਸ ਸਕਿੱਲ ਦਾ ਨਹੀਂ ਆਏਗਾ ਐਗਜ਼ਾਮ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਫਿਨਿਸ਼ ਲੈਂਗੁਏਜ ਐਂਡ ਸਵੀਡਿਸ਼ ਲੈਂਗੁਏਜ ਸਕਿੱਲ, ਜਿਹੜਾ ਹੈਗਾ 30 ਮਿੰਟਸ ਮਿਲੇਗਾ, ਠੀਕ ਹੈ। ਇਹ ਯੂਜ਼ਡ ਹੁੰਦਾ ਹੈਗਾ ਸਮ ਸੋਸ਼ਲ ਸਰਵਿਸਿਜ਼ ਐਂਡ ਹੈਲਥ ਕੇਅਰ ਸਟੱਡੀ ਪ੍ਰੋਗਰਾਮਸ, ਠੀਕ ਹੈ। ਤਾਂ ਉਹਦੇ ਵਾਸਤੇ ਉਹਨਾਂ ਨੇ ਅਲੱਗ ਜਿਹੜਾ ਲੈਵਲ ਦੇ ਰੱਖਿਆ ਹੈਗਾ ਕਿ B1 ਤੱਕ ਜਿਹੜਾ ਉਹ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਇਹ ਚਾਰਟ ਸ਼ੋ ਕਰ ਰਹੇ ਨੇ ਕਿ ਟੈਕਨੋਲੋਜੀ ਦੇ ਮੈਕਸਿਮਮ ਜੋ ਐਗਜ਼ਾਮ ਆਉਂਦਾ ਟੈਕਨੋਲੋਜੀ ਫੀਲਡ ਵਿੱਚ, ਉਹਦੇ ਮੈਕਸਿਮਮ ਸਕੋਰ ਜਿਹੜੇ ਹੁੰਦੇ 80 ਹੁੰਦੇ ਆ, ਠੀਕ ਹੈ। ਉਸ ਤੋਂ ਬਾਅਦ ਸੀ ਫੇਅਰਿੰਗ ਦਾ ਜਿਹੜਾ ਹੁੰਦਾ ਐਗਜ਼ਾਮ, ਉਹਦੇ ਵਿੱਚ ਮੈਕਸਿਮਮ ਸਕੋਰ 60 ਹੁੰਦੇ ਆ। ਐਵੇਂ ਅਲੱਗ-ਅਲੱਗ ਜਿਹੜੀ ਹੈਗੀ ਹੈ, ਜਿਵੇਂ ਟੂਰਿਜ਼ਮ ਐਂਡ ਹੌਸਪਿਟੈਲਿਟੀ ਹੈ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਇਹਨਾਂ ਵਿੱਚ ਮੈਕਸਿਮਮ ਸਕੋਰ 60 ਹੁੰਦਾ ਹੈ, ਠੀਕ ਹੈ। ਅਲੱਗ-ਅਲੱਗ ਜਿਵੇਂ ਰੀਜ਼ਨਿੰਗ ਦੇ 20 ਆ ਗਏ, ਇੰਗਲਿਸ਼ ਲੈਂਗੁਏਜ ਸਕਿੱਲ ਦੇ 20 ਆ ਗਏ, ਮੈਥਮੈਟੀਕਲ ਸਕਿੱਲ ਦੇ 20 ਆ ਗਏ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਐਥੀਕਲ ਸਕਿੱਲਸ ਆਉਂਦੇ ਹੈਗੇ, ਜਿਵੇਂ ਸੋਸ਼ਲ ਸਾਇੰਸ ਦਾ ਤੁਹਾਡਾ ਟੌਪਿਕ ਆ ਗਿਆ, ਉਹਦੇ ਵਿੱਚ ਆ ਗਏ, ਠੀਕ ਹੈ। ਇਹ ਅਲੱਗ-ਅਲੱਗ ਮਤਲਬ ਉਹਨਾਂ ਨੇ ਦੱਸ ਰੱਖਿਆ। ਇਹ ਕੋਈ ਮੈਂ ਆਪਣੇ ਕੋਰ ਤੋਂ ਨਹੀਂ ਬੋਲ ਰਹੀ ਹਾਂ। ਤੁਸੀਂ ਜਦੋਂ ਵੀ ਅਪਲਾਈ ਕਰਨ ਲੱਗੋਗੇ ਜਾਂ ਤੁਸੀਂ ਵੈਬਸਾਈਟ ਤੋਂ ਆਪਣਾ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਚੀਜ਼ ਆਪਣੇ ਆਪ ਆ ਜਾਏਗੀ ਕਿ ਕਿਵੇਂ ਦਾ ਇਹ ਕ੍ਰਾਈਟੇਰੀਆ, ਕਿਵੇਂ ਦਾ ਹੀ ਸਾਡਾ ਵੀਡੀਓ ਬਣਾਉਣ ਦਾ ਇਹੀ ਪਰਪਸ ਹੈ ਕਿ ਤੁਹਾਨੂੰ ਐਕਚੁਅਲੀ ਪਤਾ ਚੱਲੇ ਕਿ ਇਨ ਫਿਨਲੈਂਡ ਆਪਾਂ ਐਡਮਿਸ਼ਨ ਲੈ ਕਿਵੇਂ ਸਕਦੇ ਹੈਗੇ ਆ, ਕੀ ਆਪਾਂ ਨੂੰ ਸਟੈਪਸ ਤੋਂ ਜਿਹੜਾ ਹੈਗਾ ਜਾਣਾ ਪਏਗਾ, ਠੀਕ ਹੈ। ਤਾਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਫਿਲਹਾਲ ਦੱਸ ਰਹੀ ਹੈਗੀ ਹਾਂ ਕਿ ਆਪਾਂ ਰਿਟਨ ਐਗਜ਼ਾਮ ਕਿਵੇਂ ਕਰਨਾ। ਉਹਦੇ ਵਿੱਚ ਹਾਰਡਵੇਅਰ ਐਂਡ ਨੈਟਵਰਕ ਰਿਕੁਆਇਰਮੈਂਟ ਇਹਨਾਂ ਨੇ ਅੱਗੇ ਦਿੱਤੀਆਂ ਹੋਈਆਂ ਕਿ ਤੁਹਾਡਾ ਇੰਟਰਨੈਟ ਕਨੈਕਸ਼ਨ ਅੱਛਾ ਹੋਣਾ ਚਾਹੀਦਾ, ਠੀਕ ਹੈ। ਸੈਕਿੰਡਲੀ ਤੁਹਾਡਾ ਮਤਲਬ ਜੋ ਵੀ ਹੋਏਗਾ, ਜਿਵੇਂ ਤੁਸੀਂ ਕਿਤੇ ਵੀ ਬੈਠੇ ਹੋ, ਤੁਹਾਡਾ ਇੰਟਰਨੈਟ ਕਨੈਕਸ਼ਨ ਹਾਈ ਹੋਵੇ, ਤੁਹਾਡੇ ਕੋਲ ਕੰਪਿਊਟਰ ਹੋਣਾ ਚਾਹੀਦਾ। ਫੋਨ ਸੇ ਟੈਬਲੇਟ ਸੇ ਆਪਣਾ ਐਗਜ਼ਾਮ ਨਾ ਦਿਓ, ਕਿਉਂਕਿ ਉਹ ਕਹਿੰਦੇ ਕਿ ਅਸੀਂ ਕੋਈ ਗਾਰੰਟੀ ਨਹੀਂ ਲਵਾਂਗੇ, ਕਿਉਂਕਿ ਐਗਜ਼ਾਮ ਜਿਹੜੇ ਹੋਣਾ ਇੱਕ ਵਾਰੀ ਹੋਏਗਾ, ਨੈਕਸਟ ਟਾਈਮ ਐਗਜ਼ਾਮ ਨਹੀਂ ਹੋਏਗਾ, ਤਾਂ ਉਹ ਕੋਈ ਗਾਰੰਟੀ ਨਹੀਂ ਲੈਣਗੇ ਇਸ ਚੀਜ਼ ਤੇ ਤੁਹਾਡਾ ਐਗਜ਼ਾਮ ਜਿਹੜਾ ਹੈਗਾ ਪ੍ਰੋਪਰ ਵੇ ਨਾਲ ਹੋਵੇ। ਇਸ ਲਈ ਤੁਹਾਡੀਆਂ ਹਾਰਡਵੇਅਰ ਰਿਕੁਆਇਰਮੈਂਟ ਪ੍ਰੋਪਰ ਹੋਣੀਆਂ ਚਾਹੀਦੀਆਂ। ਤੁਹਾਡੇ ਕੋਲੇ ਅਗਰ ਤੁਹਾਡੇ ਕੋਲੇ ਰਿਟਨ ਐਗਜ਼ਾਮ ਹੈ ਤਾਂ ਤੁਹਾਡੇ ਕੋਲੇ ਕੰਪਿਊਟਰ, ਲੈਪਟਾਪ ਹੋਣਾ ਚਾਹੀਦਾ, ਠੀਕ ਹੈ। ਇੰਟਰਨੈਟ ਕਨੈਕਸ਼ਨ ਜਿਹੜਾ ਹੈਗਾ ਉਹ ਅੱਛਾ ਹੋਣਾ ਚਾਹੀਦਾ ਉੱਥੇ। ਤਾਂ ਇਹ ਸਾਡੀ ਜਿਹੜੀ ਇੰਟਰਵਿਊ ਸੀ ਰਿਗਾਰਡਿੰਗ ਸੀ ਰਿਟਨ ਐਗਜ਼ਾਮ। ਤਾਂ ਨੈਕਸਟ ਇੰਟਰਵਿਊ ਜੋ ਮੈਂ ਲੈ ਕੇ ਆਉਂਗੀ ਉਹ ਲੈ ਕੇ ਆਉਂਗੀ ਕਿ ਤੁਸੀਂ ਅਗਰ ਰਿਟਨ ਐਗਜ਼ਾਮ ਵੀ ਕਲੀਅਰ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਇੰਟਰਵਿਊ ਆਉਂਦੀ ਹੈ ਉਹਨੂੰ ਤੁਸੀਂ ਕਿਵੇਂ ਕਲੀਅਰ ਕਰ ਸਕਦੇ ਹੋ, ਕੀ ਵੇ ਨੇ, ਕੀ ਉਹ ਟੌਪਿਕਸ ਉਹਦੇ ਵਿੱਚ ਪੁੱਛਣਗੇ, ਠੀਕ ਹੈ। ਉਸ ਰਿਗਾਰਡਿੰਗ ਮੈਂ ਤੁਹਾਨੂੰ ਨੈਕਸਟ ਜਿਹੜੀ ਹੈਗੀ ਹੈ ਵੀਡੀਓ ਲੈ ਕੇ ਆਉਂਗੀ। ਸੋ ਪਲੀਜ਼ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ। ਐਂਡ ਅਗਰ ਤੁਸੀਂ ਫਿਨਲੈਂਡ 'ਚ ਅਪਲਾਈ ਕਰਨਾ ਚਾਹੁੰਦੇ, ਅਸੀਂ ਵਾਰ-ਵਾਰ ਇਹੀ ਚੀਜ਼ ਕਹਿ ਰਹੇ ਹਾਂ ਕਿ ਇਹਦੀ ਜੋ ਡੈਡਲਾਈਨ ਹੈਗੀ ਆ ਉਹ 18 ਜਨਵਰੀ ਹੈ, ਬਟ ਇਹਦੀ ਜੋ ਸਟਾਰਟਿੰਗ ਐਪਲੀਕੇਸ਼ਨ ਡੇਟ ਹੈਗੀ ਉਹ 4th ਜਨਵਰੀ ਹੈ। ਬਹੁਤ ਹੀ ਘੱਟ ਟਾਈਮ ਹੈਗਾ ਤੁਹਾਡੇ ਕੋਲੇ ਅਪਲਾਈ ਕਰਨ ਲਈ। ਅਗਰ ਤੁਸੀਂ ਅਪਲਾਈ ਕਰਨਾ ਪਲੀਜ਼ ਕੰਸਰਨ ਅਸ। ਐਂਡ ਅਗੇਨ ਮੈਂ ਬੋਲਾਂਗੀ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਸੋ ਮਚ।